ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਅੱਜ ਆ ਗਿਆ ਜੀ ਵੈਨਸਡੇ, ਔਰ ਵੈਨਸਡੇ ਨੂੰ 7:30 ਵਜੇ ਅਸੀਂ ਲੈ ਕੇ ਆਉਂਦੇ ਹਾਂ ਲਾਅ ਮੈਟਰਸ ਵਿਦ ਅਟਰਨੀ ਸਤਵੰਤ ਕੌਰ, ਜੋ ਕਿ ਸਾਡੇ ਨਾਲ ਜੁੜਦੇ ਹਨ ਔਰ ਦੱਸਦੇ ਹਨ ਕੀ ਕੁਝ ਸਰਗਰਮੀਆਂ ਚੱਲ ਰਹੀਆਂ ਹਨ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ, ਵੈਨ ਇਟ ਕਮਸ ਟੂ ਅਦਰ ਲਾਅ ਮੈਟਰਸ, ਭਾਵੇਂ ਉਹ ਲੈਂਡਲॉर्ड ਅਤੇ ਟੈਨੈਂਟ ਦੇ ਮਸਲੇ ਹੋਣ, ਡਿਵੋਰਸ ਹੋਏ, ਮੈਰਿਜ ਪਟੀਸ਼ਨਸ ਹੋਣ, ਸਿਟੀਜ਼ਨਸ਼ਿਪ ਹੋਏ, ਗ੍ਰੀਨ ਕਾਰਡ ਹਾਸਿਲ ਕਰਨਾ ਹੋਵੇ। ਸੋ ਵੱਖ-ਵੱਖ ਲਾਅ ਮੈਟਰਸ ਜਿਹੜੇ ਨੇ ਇਸ ਮੰਚ ਦੇ ਉੱਤੇ ਰੱਖੇ ਜਾਂਦੇ ਹਨ। ਉਹਨਾਂ ਦਾ ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਦਾ ਅਟਰਨੀ ਸਤਵੰਤ ਕੌਰ। ਔਰ ਸਭ ਤੋਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਰਾਸ਼ਟਰਪਤੀ ਚੋਣਾਂ ਬਿਲਕੁਲ ਸਰ ਦੇ ਉੱਤੇ ਹਨ। 3 ਨਵੰਬਰ ਨੂੰ ਵੋਟਾਂ ਦਾ ਭੁਗਤਾਨ ਕਰਨਾ ਹੈ, ਲੇਕਿਨ ਅਰਲੀ ਵੋਟਿੰਗ ਆਲਰੇਡੀ ਸਟਾਰਟ ਹੋ ਚੁੱਕੀਆਂ ਹਨ। ਤਾਂ ਜੇਕਰ ਤੁਸੀਂ ਆਪਣੀ ਵੋਟਿੰਗ ਹਜੇ ਤੱਕ ਨਹੀਂ ਕੀਤੀ ਤਾਂ ਤੁਸੀਂ ਆਪਣਾ ਨੀਅਰੈਸਟ ਪੋਲਿੰਗ ਬੂਥ ਜਿਹੜਾ ਹੈ ਉਹਨੂੰ ਵੇਖੋ ਅਤੇ ਜਾ ਕੇ ਆਪਣੇ ਵੋਟ ਦਾ ਭੁਗਤਾਨ ਜ਼ਰੂਰ ਕਰੋ। ਪਰ ਜਦ ਗੱਲ ਰਾਸ਼ਟਰਪਤੀ ਚੋਣਾਂ ਦੀਆਂ ਆਉਂਦੀਆਂ ਹਨ ਤਾਂ ਇੱਕ ਹੁਣੇ ਹਾਲ ਫਿਲਹਾਲ ਦੇ ਵਿੱਚ ਖਬਰ ਵੀ ਆਈ ਹੈ ਕਿ ਸੁਪਰੀਮ ਕੋਰਟ ਦੇ ਜੱਜ ਐਮੀ ਕੌਨੀ ਬੈਰਟ ਜਿਹੜੇ ਨੇ ਉਹ ਬਕਾਇਦਾ ਨਿਯੁਕਤ ਕੀਤੇ ਗਏ ਹਨ। ਉਹ ਅਗਰ ਨਿਯੁਕਤ ਕੀਤੇ ਜਾਂਦੇ ਹਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਵੀਂ ਪਾਲਿਸੀਜ਼ ਜਿਹੜੀ ਹੈ ਉਹ ਸਾਹਮਣੇ ਆ ਸਕਦੀਆਂ ਹਨ। ਉਹਨਾਂ ਦੇ ਬਾਰੇ ਵਧੇਰੀ ਜਾਣਕਾਰੀ ਲੈਂਦੇ ਹਾਂ। ਮੇਰੇ ਨਾਲ ਮੌਜੂਦ ਹਨ ਅਟਰਨੀ ਸਤਵੰਤ ਕੌਰ। ਅਟਰਨੀ ਸਤਵੰਤ ਕੌਰ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਐਮੀ ਕੌਨੀ ਬੈਰਟ ਨੂੰ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਉਹ ਕੰਫਰਮ ਹੋ ਗਏ ਨੇ, ਉਹਨਾਂ ਨੂੰ ਸਵੋਰਨ ਇਨ ਕਰ ਲਿਆ ਗਿਆ ਐਜ਼ ਅ ਜਸਟਿਸ। ਸੋ ਕੀ ਚੇਂਜਸ ਆਉਣਗੀਆਂ, ਕਿਉਂਕਿ ਉਹ ਇੱਕ ਕੰਸਰਵੇਟਿਵ ਨੇ। ਬਹੁਤ ਟਾਈਮ ਤੋਂ ਟਰੰਪ ਚਾਹ ਰਿਹਾ ਸੀ ਕਿ ਇੱਕ ਕੰਸਰਵੇਟਿਵ ਜੱਜ ਹੋਰ ਜੁੜ ਜਾਣ ਸੁਪਰੀਮ ਕੋਰਟ ਦੇ ਵਿੱਚ। ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੀ ਆਲਰੇਡੀ ਜੋ ਮੈਜੋਰਟੀ ਬਣੀ ਹੋਈ ਸੀ ਉਹ ਹੋਰ ਪੁਖਤਾ ਹੋ ਜਾਏਗੀ। ਫੋਰ ਇੰਸਟੈਂਸ ਜਿਹੜੀ ਓਬਾਮਾ ਕੇਅਰ ਹੈ ਉਸ ਨੂੰ ਲੈ ਕੇ ਉਹਨਾਂ ਦੇ ਜੋ ਵਿਚਾਰ ਨੇ, ਉਹਨਾਂ ਨੇ ਪਹਿਲੇ ਹੀ ਆਪਣੇ ਵਿਚਾਰ ਸਾਹਮਣੇ ਰੱਖੇ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਹ ਚੀਜ਼ ਨੂੰ ਫੋਰਵਰਡ ਕੀਤਾ ਜਾਏ, ਮਤਲਬ ਕਿ ਉਹਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਦੇ ਇਸ ਤਰ੍ਹਾਂ ਦੇ ਪਹਿਲੇ ਹੀ ਵਿਚਾਰ ਨੇ। ਕੁਛ ਵਿਮਨਸ ਦੇ ਇਸ਼ੂਜ਼ ਨੂੰ ਲੈ ਕੇ ਵੀ ਉਹਨਾਂ ਦੇ ਕੁਛ ਵਿਚਾਰ ਨੇ ਜਿਹੜੇ ਉਹ ਡਿਫਰੈਂਟ ਨੇ ਪਹਿਲੇ ਜੱਜਸ ਨਾਲੋਂ, ਜਸਟਿਸ ਨਾਲੋਂ। ਸੋ ਇਹ ਕੰਸਰਵੇਟਿਵ ਪੈਨਲ ਹੋ ਗਿਆ। ਸੋ ਆਫਟਰ ਦਾ ਇਲੈਕਸ਼ਨ, ਤਾਂ ਕਿ ਇਲੈਕਸ਼ਨ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋ ਗਿਆ, ਰਾਈਟ, ਕਿ ਆਫ ਕੋਰਸ ਵੀ ਥਿੰਕ 50-50 ਚਾਂਸਿਸ ਹੋ ਗਏ ਨੇ ਕੌਣ ਜਿੱਤੇਗਾ। ਵੀ ਵਾਂਟ ਕਿ ਲੋਕ ਵੋਟ ਕਰਨ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਵੋਟ ਜ਼ਰੂਰ ਕਰਨਾ। ਇਟਸ ਵੈਰੀ ਇੰਪੋਰਟੈਂਟ, ਸਪੈਸ਼ਲੀ ਨਾਓ ਕਿ ਆਪਣਾ ਵੋਟ ਦਾ ਜਿਹੜਾ ਤੁਹਾਡਾ ਮਤ ਹੈਗਾ, ਜਿਹੜੀ ਤੁਹਾਡੀ ਇਲੈਕਸ਼ਨ ਵਿੱਚ ਜ਼ਰੂਰਤ ਹੈ ਹੁਣ, ਐਵਰੀ ਵੋਟ ਵਿਲ ਕਾਊਂਟ, ਐਵਰੀ ਵੋਟ ਵਿਲ ਮੇਕ ਅ ਡਿਫਰੈਂਸ। ਸੋ ਪਲੀਜ਼ ਵੋਟ, ਰਾਈਟ। ਅਗਰ ਡੈਮੋਕ੍ਰੇਟਸ ਆ ਜਾਂਦੇ ਨੇ ਤੇ ਹੋ ਸਕਦਾ ਹੈ ਕਿ ਉਹ ਕੁਛ ਹੋਰ ਚੇਂਜਸ ਕਰ ਸਕਣ ਜਿਹਦੇ ਵਿੱਚ ਸਾਨੂੰ ਅੱਗੋਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਡਿਫਰੈਂਟ ਲਾਜ਼ ਦੇ ਵਿੱਚ ਸਾਨੂੰ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਬਿਕਾਜ਼ ਸ਼ੀ ਇਜ਼ ਅ ਕੰਸਰਵੇਟਿਵ, ਦੇਅਰ ਆਰ ਚਾਂਸਿਸ ਕਿ ਜਿਹੜੇ ਪਹਿਲੇ ਲਾਜ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਫੈਕਟ ਕੀਤਾ ਜਾਏਗਾ, ਕਿਸ ਤਰ੍ਹਾਂ ਕੌਨਸਟੀਟਿਊਸ਼ਨ ਨੂੰ ਡਿਫਰੈਂਟਲੀ ਰੀਡ ਕੀਤਾ ਜਾ ਸਕਦਾ ਹੈ। ਸੋ ਆਈ ਥਿੰਕ ਦਿਸ ਇਲੈਕਸ਼ਨ ਇਜ਼ ਵੈਰੀ ਇੰਪੋਰਟੈਂਟ and people should go out and vote. So I urge everyone to go out and vote. It's very important to go out and vote. This is your civic right where you should go for the good governance. ਜੋ ਵੀ ਤੁਹਾਡੇ ਏਰੀਆ ਤੋਂ, ਤੁਹਾਡੇ ਡਿਸਟ੍ਰਿਕਟ ਤੋਂ, ਭਾਵੇਂ ਉਹ ਅਸੈਂਬਲੀਮੈਨ ਉਹ ਵੂਮਨ ਹੋਣ, ਕਾਂਗਰਸਮੈਨ ਕਾਂਗਰਸਵੂਮਨ ਹੋਣ, ਸੈਨੇਟਰ ਹੋਣ, ਰਿਪਰੈਜ਼ੈਂਟੇਟਿਵ ਕਿਸੇ ਵੀ ਪਾਰਟੀ ਦਾ ਹੋਏ, ਉਹ ਤੁਸੀਂ ਜਿਹੜਾ ਹੈਗਾ ਰਿਪਰੈਜ਼ੈਂਟੇਟਿਵ ਤੁਸੀਂ ਉਹਦੇ ਬਾਰੇ ਪੜ੍ਹਨਾ ਹੈ, ਉਹਦੇ ਬਾਰੇ ਸਮਝਣਾ ਹੈ ਤਾਂ ਉਹਨੂੰ ਵੋਟ ਪਾਉਣੀ ਹੈ। ਲੇਕਿਨ ਵੋਟ ਪਾਉਣਾ ਇੱਕ ਸਾਡਾ ਅਧਿਕਾਰ ਹੈ, ਉਹਨੂੰ ਸਾਨੂੰ ਜ਼ਰੂਰ ਭੁਗਤਾਉਣੀ ਚਾਹੀਦੀ ਹੈ। ਅਤੇ ਉੱਥੇ ਦੂਜੇ ਪਾਸੇ ਆ ਜਾਈਏ, ਸਾਡੇ ਦਰਸ਼ਕਾਂ ਨੂੰ ਅੱਜ ਜਾਣਕਾਰੀ ਅਸੀਂ ਦੇਵਾਂਗੇ ਇਸ ਮੰਚ ਦੇ ਉੱਤੇ। ਜੇਕਰ ਤੁਸੀਂ ਲੈਂਡਲੋਰਡ ਹੋ ਜਾਂ ਫਿਰ ਤੁਸੀਂ ਟੈਨੈਂਟ ਹੋ ਅਤੇ ਇਹ ਪ੍ਰੋਗਰਾਮ ਤੁਹਾਡੇ ਲਈ ਬੇਹੱਦ ਖਾਸ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੈਂਡਲੋਰਡ ਅਤੇ ਟੈਨੈਂਟਸ ਦੇ ਜਿਹੜੇ ਰਾਈਟਸ ਹਨ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕੋਵਿਡ-19 ਦੀ ਸਿਚੁਏਸ਼ਨ ਲਗਭਗ ਇਹ ਪੂਰਾ ਸਾਲ ਚੱਲਦੀ ਰਹੀ। ਮਾਰਚ 15 ਤੋਂ ਸ਼ੁਰੂ ਹੋਈ ਔਰ ਅੱਜ ਤੱਕ ਵੀ ਕਿਆਸ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਉਹ ਕਦ ਲੱਭੀ ਜਾਏਗੀ। ਬਾਵਜੂਦ ਉਸਦੇ ਲੈਂਡਲੋਰਡ ਅਤੇ ਟੈਨੈਂਟਸ ਦੇ ਵਿੱਚ ਕਈ ਸਾਰੇ ਡਿਫਰੈਂਸਿਸ ਵੀ ਆਏ ਹਨ ਔਰ ਕਈਆਂ ਨੇ ਇਸ ਡਿਫਰੈਂਸਿਸ ਨੂੰ ਬੈਠ ਕੇ ਸਮਝਾਇਆ ਵੀ ਹੈ। ਪਰ ਜਿਹੜੇ ਨਹੀਂ ਸਮਝਾ ਪਾ ਰਹੇ ਫਿਰ ਉਹ ਕੋਰਟ ਦਾ ਰੁਖ ਕਰ ਰਹੇ ਹਨ। ਔਰ ਜੇ ਤੁਸੀਂ ਕੋਰਟ ਦਾ ਰੁਖ ਕਰਦੇ ਹੋ ਤੁਹਾਨੂੰ ਲੋੜ ਪੈਂਦੀ ਹੈ ਅਟਰਨੀ ਦੀ। ਅੱਜ ਅਟਰਨੀ ਸਤਵੰਤ ਕੌਰ ਖੁਦ ਮੌਜੂਦ ਨੇ ਇਸ ਬਾਰੇ ਸਾਨੂੰ ਦੱਸਣ ਦੇ ਲਈ ਕਿ ਆਖਿਰਕਾਰ ਲੈਂਡਲੋਰਡ ਅਤੇ ਟੈਨੈਂਟਸ ਦੇ ਵਿੱਚ ਕੀ ਕੁਝ ਡਿਫਰੈਂਸਿਸ ਚੱਲ ਰਹੇ ਹਨ ਔਰ ਕੀ ਕੁਝ ਨਵੀਆਂ ਜਿਹੜੀਆਂ ਅਪਡੇਟਸ ਹਨ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਕਿਉਂਕਿ ਰੈਂਟ ਤੁਸੀਂ ਨਹੀਂ ਦੇ ਪਾ ਰਹੇ ਔਰ ਤੁਹਾਨੂੰ ਲੈਂਡਲੋਰਡ ਕਹਿ ਰਿਹਾ ਕਿ ਆਪਣਾ ਮਕਾਨ ਖਾਲੀ ਕਰ ਦਿਓ, ਜਾਂ ਫਿਰ ਤੁਸੀਂ ਕਮਰਸ਼ੀਅਲ ਥਾਂ 'ਤੇ ਆਪਣਾ ਸਟੋਰੇਜ ਬਣਾਇਆ ਹੋਇਆ ਉਹ ਤੁਹਾਨੂੰ ਕਹਿ ਰਿਹਾ ਕਿ ਖਾਲੀ ਕਰ ਦਿਓ।
ਤੁਹਾਨੂੰ ਇਵੈਕਟ ਕਰਨ ਲਈ ਪ੍ਰੋਸੈਸ ਜਿਹੜਾ ਸ਼ੁਰੂ ਹੋ ਗਿਆ। ਇਹ ਸਾਰੇ तमाम ਸਵਾਲ ਹੋਣਗੇ। ਸਭ ਤੋਂ ਪਹਿਲਾਂ ਮੈਂ ਸਵਾਲ ਲੈਣਾ ਚਾਹਾਂਗਾ ਅਟਾਰਨੀ ਸਤਵੰਤ ਕੌਰ ਹੋਰਾਂ ਤੋਂ। ਸਤਵੰਤ, ਸਾਨੂੰ ਇਹ ਦੱਸੋ ਕਿ ਕਦ ਲੈਂਡਲੋਰਡ ਟੈਨੈਂਟ ਨੂੰ ਇਵੈਕਟ ਕਰ ਸਕਦਾ? ਹਾਂਜੀ, ਸੋ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਕਿ ਕਦੋਂ ਇਵਿਕਟ ਕਰ ਸਕਦੇ ਨੇ, ਪਹਿਲੀ ਗੱਲ ਤੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਇਹ ਬਹੁਤ ਹੀ ਇੰਪੋਰਟੈਂਟ ਟਾਈਮ, ਇੱਕ ਬਹੁਤ ਜ਼ਿਆਦਾ ਹਾਰਡ ਟਾਈਮ ਚੱਲ ਰਿਹਾ ਫਾਈਨੈਂਸ਼ਲੀ ਵੀ ਤੇ ਹੈਲਥ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ। ਕਾਫੀ ਲੋਕ ਆਪਣਾ ਰੈਂਟ ਨਹੀਂ ਪੇ ਕਰ ਪਾ ਰਹੇ, ਕਾਫੀ ਲੋਕ ਮੋਰਗੇजेस ਨਹੀਂ ਪੇ ਕਰ ਪਾ ਰਹੇ। ਸੋ ਇਸ ਕਰਕੇ ਦਿੱਕਤ ਹੋ ਰਹੀ ਹੈ ਲੋਕਾਂ ਨੂੰ ਕਿ ਅਸੀਂ ਕਿਸ ਤਰ੍ਹਾਂ ਮੋਰਗੇਜ ਪੇ ਕਰੀਏ, ਕਿਸ ਤਰ੍ਹਾਂ ਰੈਂਟ ਪੇ ਕਰੀਏ। ਇਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਰਹੀਆਂ ਨੇ ਤੇ ਸਾਡੇ ਸੁਣਨ ਦੇ ਵਿੱਚ ਜੋ ਆ ਰਿਹਾ ਤੇ ਵੇਖਣ ਦੇ ਵਿੱਚ ਜੋ ਆ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਲੈਂਡਲੋਰਡਸ ਨੇ ਉਹ ਅਪਰੋਪਰੀਏਟ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾ ਰਹੇ ਤੇ ਕਿਸ ਤਰ੍ਹਾਂ ਲਾਅ ਦੇ ਅਗੇਂਸਟ ਜਾ ਕੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਕਰਕੇ ਹੀ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਵੀ ਸੰਭਾਲ ਕੇ ਰੱਖ ਸਕਦੇ ਹਾਂ ਤੇ ਕਿਸ ਤਰ੍ਹਾਂ ਇਸ ਦਾ ਸੋਲੂਸ਼ਨ ਵੀ ਕਰ ਸਕਦੇ ਹਾਂ। ਸੋ ਅਗਰ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ ਰੈਂਟ ਪੇ ਕਰਨ ਦੇ ਵਿੱਚ ਤੇ ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਆਪਣੀ ਜਿਹੜਾ ਲੈਂਡਲੋਰਡ ਹੈ ਉਹਨੂੰ ਰਿਟਨ ਦੇ ਵਿੱਚ ਮੈਸੇਜ ਕਰੋ ਜਾਂ ਉਹਨਾਂ ਨੂੰ ਰਿਟਨ ਦੇ ਵਿੱਚ ਲੈਟਰ ਦੇਵੋ ਕਿ ਤੁਸੀਂ ਰੈਂਟ ਕਿਉਂ ਨਹੀਂ ਪੇ ਕਰ ਪਾ ਰਹੇ, ਤੁਹਾਨੂੰ ਕੀ ਫਾਈਨੈਂਸ਼ੀਅਲ ਹਾਰਡਸ਼ਿਪ ਹੋ ਰਹੀ ਹੈ। ਤੇ ਅਗਰ ਤੁਸੀਂ ਉਹਨਾਂ ਦੇ ਨਾਲ ਇੱਕ ਪੇਮੈਂਟ ਪਲਾਨ ਬਣਾ ਸਕਦੇ ਹੋ ਤੇ ਉਹ ਬਣਾਵੋ ਤਾਂ ਕਿ ਤੁਸੀਂ ਆਪਣੇ ਪੇਮੈਂਟਸ ਨੂੰ ਕਰੰਟ ਰੱਖ ਸਕੋ। ਥੋੜਾ ਥੋੜਾ ਕਰਕੇ ਵੀ ਅਗਰ ਰੈਂਟ ਦਿਓਗੇ ਤੇ ਵਧੀਆ ਰਹੇਗਾ ਤੁਹਾਡੇ ਵਾਸਤੇ, ਕਿਉਂਕਿ ਅਲਟੀਮੇਟਲੀ ਤੁਹਾਨੂੰ ਜਦੋਂ ਵੀ ਕੋਰਟ ਦੇ ਵਿੱਚ ਵੀ ਜਾਣਾ ਪਏਗਾ ਤੇ ਤੁਹਾਨੂੰ ਉਹਨਾਂ ਨੂੰ ਸ਼ੋਅ ਕਰਨਾ ਪਏਗਾ ਕਿ ਤੁਸੀਂ ਰੈਂਟ ਕਿਉਂ ਨਹੀਂ ਦਿੱਤਾ, ਕਿਉਂ ਨਹੀਂ ਪੇ ਕੀਤਾ ਤੇ ਤੁਸੀਂ ਕੋਸ਼ਿਸ਼ ਕਿੱਥੇ ਕੀਤੀ ਹੈ ਪੇ ਕਰਨ ਦੀ। Of course you have financial hardship, but where could you have made some changes, where could you have worked it out with your landlord? ਉੱਥੇ ਅਸੀਂ ਲੈਂਡਲੋਰਡਸ ਨੂੰ ਇਹ ਕਹਾਂਗੇ ਕਿ ਤੁਸੀਂ ਆਪਣੇ ਜਿਹੜੇ ਟੈਨੈਂਟਸ ਨੇ ਉਹਨਾਂ ਦਾ ਸਾਥ ਦੇਵੋ, ਉਹਨਾਂ ਨੂੰ ਕੋਈ ਪੇਮੈਂਟ ਪਲਾਨ ਦੇਵੋ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਪੇਮੈਂਟ ਕਰ ਸਕਦੇ ਹੋ। ਹਰਕੀਰਤ ਦ ਪ੍ਰੋਬਲਮ ਇਜ਼ ਜਿਹੜੇ ਲੈਂਡਲੋਰਡਸ ਨੇ ਉਹਨਾਂ ਨੇ ਕਈਆਂ ਨੇ ਕੀ ਕੀਤਾ ਹੈ ਕਿ ਉਹਨਾਂ ਨੇ ਲੌਕਸ ਚੇਂਜ ਕਰ ਦਿੱਤੇ ਨੇ ਘਰਾਂ ਦੇ, ਕਈਆਂ ਨੇ ਲੋਕਾਂ ਦਾ ਸਮਾਨ ਕੱਢ ਕੇ ਬਾਹਰ ਰੱਖਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੂੰ ਹਰਾਸ ਕਰਨ ਵਾਸਤੇ ਜਿਹੜੇ ਟੈਨੈਂਟਸ ਨੇ। ਫਿਰ ਉਹਨਾਂ ਦੀਆਂ ਯੂਟਿਲਿਟੀਜ਼ ਬੰਦ ਕਰ ਦਿੱਤੀਆਂ ਨੇ, ਗੈਸ ਬੰਦ ਕਰ ਦਿੱਤੀ ਹੈ ਜਾਂ ਬਿਜਲੀ ਬੰਦ ਕਰ ਦਿੱਤੀ। ਹੁਣ ਸਰਦੀਆਂ ਆ ਰਹੀਆਂ ਨੇ ਤੇ ਹੀਟ ਘੱਟ ਕਰ ਦੇਣਗੇ ਜਾਂ ਬੰਦ ਕਰ ਦੇਣਗੇ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਸੋ ਇਹ ਇੱਕ ਕ੍ਰਾਈਮ ਹੈ। ਲੈਂਡਲੋਰਡਸ ਵਾਸਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕ੍ਰਾਈਮ ਹੈ ਤੇ ਇੱਕ ਵਾਇਓਲੇਸ਼ਨ ਹੈ ਜਿਹਦੀ ਤੁਹਾਨੂੰ ਸਜ਼ਾ ਹੋ ਸਕਦੀ ਹੈ। ਇਸੇ ਕਰਕੇ ਅੱਜ ਦਾ ਟੌਪਿਕ ਜ਼ਰੂਰੀ ਹੈ ਕਿ ਮੈਂ ਚਾਹੁੰਦੀ ਸੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ। ਸੁਣਿਆ ਸਤਵੰਤ ਕਿ ਲੈਂਡਲੋਰਡ ਜਿਹੜਾ ਹੈਗਾ ਟੈਨੈਂਟ ਦੀ ਪਰਮਿਸ਼ਨ ਤੋਂ ਬਿਨਾਂ ਘਰ ਦੇ ਅੰਦਰ ਵੀ ਨਹੀਂ ਆ ਸਕਦਾ। ਬਿਲਕੁਲ, ਸੋ ਰਾਈਟ ਟੂ ਐਂਟਰ, ਰਾਈਟ, ਜੇ ਤੁਸੀਂ ਕਿਉਂ ਕਿਸ ਤਰ੍ਹਾਂ ਜਾ ਸਕਦੇ ਹੋ। ਪਰ ਕਈ ਵਾਰੀ ਕੀ ਹੁੰਦਾ ਕਿ ਹਰਕੀਰਤ ਤੁਹਾਨੂੰ ਉਹਨਾਂ ਨੂੰ ਪਰਮਿਸ਼ਨ ਦੇਣੀ ਪੈਂਦੀ ਹੈ। ਅਗਰ ਤੁਹਾਡੀ ਪ੍ਰਾਪਰਟੀ ਦੇ ਵਿੱਚ ਕੁਝ ਡੈਮੇਜ ਹੋ ਰਿਹਾ ਜਾਂ ਕੋਈ ਦਿੱਕਤ ਹੋ ਰਹੀ ਹੈ ਤੇ ਯੂ ਹੈਵ ਟੂ ਲੈਟ the landlord enter, ਕਿਉਂਕਿ ਉਹ ਨਹੀਂ ਤੇ ਫਿਕਸ ਨਹੀਂ ਕਰ ਪਾਉਣਗੇ ਉਸ ਪ੍ਰੋਬਲਮ। ਅਗਰ ਪਲੰਬਿੰਗ ਦੀ ਪ੍ਰੋਬਲਮ ਹੋ ਗਈ ਹੈ ਤੇ ਉਹਨਾਂ ਦੀ ਪ੍ਰਾਪਰਟੀ ਡੈਮੇਜ ਹੋ ਜਾਏਗੀ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਟੈਨੈਂਟ ਉਹਨਾਂ ਨੂੰ ਇੰਟਰ ਕਰਨ ਦੇਵੇ, ਉਹਨਾਂ ਦੀਆਂ ਜਿਹੜੀਆਂ ਨੈਸੈਸਰੀ ਚੀਜ਼ਾਂ ਨੇ ਉਹਨਾਂ ਨੂੰ ਫਿਕਸ ਕਰ। ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਸਤਵੰਤ, ਕਿਉਂਕਿ ਕੋਵਿਡ ਦੀ ਸਿਚੁਏਸ਼ਨ ਤਾਂ ਚਲੋ ਹੈਗੀ ਹੈ ਪਰ ਕਈ ਲੋਕ ਹਜੇ ਵੀ ਹਾਲ ਫਿਲਹਾਲ ਦੇ ਵਿੱਚ, ਚਲੋ ਪਹਿਲਾਂ ਉਹ 3 ਮਹੀਨੇ ਨਹੀਂ ਗਏ ਲੇਕਿਨ ਹੁਣ ਤਾਂ ਉਹਨਾਂ ਨੇ ਜੌਬ 'ਚ ਜਾਣਾ ਸ਼ੁਰੂ ਕਰਤਾ ਜਾਂ ਫਿਰ ਉਹ ਵਰਕ ਫਰੋਮ ਹੋਮ ਕਰ ਰਹੇ ਨੇ। ਫਿਰ ਵੀ ਕਈ ਟੈਨੈਂਟਸ ਦੀਆਂ ਇਹ ਲੈਂਡਲੋਰਡਸ ਦੀਆਂ ਕੰਪਲੇਂਟ ਸਾਹਮਣੇ ਆ ਰਹੀਆਂ ਹਨ ਕਿ ਪੈਸਾ ਉਹਨਾਂ ਦੇ ਕੋਲ ਹੈ, ਫਾਈਨੈਂਸ਼ੀਅਲ ਸਟੈਬਿਲਿਟੀ ਉਹਨਾਂ ਦੇ ਕੋਲ ਹੈ, ਪਰ ਜਾਣਬੁੱਝ ਕੇ ਕੋਵਿਡ ਦਾ ਸਹਾਰਾ ਲੈ ਕੇ ਦੇ ਡੋਂਟ ਵਾਂਟ ਟੂ ਪੇ ਅ ਰੈਂਟ। ਬਿਲਕੁਲ, ਸੋ ਜਿਸ ਤਰ੍ਹਾਂ ਕਿ ਤੁਸੀਂ ਪੁੱਛ ਰਹੇ ਹੋ ਕਿ ਤੁਸੀਂ ਕਿਸ ਤਰ੍ਹਾਂ ਇਵਿਕਟ ਕਰ ਰਹੇ ਹੋ ਤੇ ਉਹੀ ਮੈਂ ਤੁਹਾਨੂੰ ਦੱਸਾਂਗੀ, ਕਿਉਂਕਿ ਕਈ ਲੋਕ ਬਿਲਕੁਲ ਉਸ ਚੀਜ਼ ਦਾ ਸਹਾਰਾ ਲੈ ਰਹੇ ਨੇ ਤੇ ਜਾਣਬੁੱਝ ਕੇ ਰੈਂਟ ਨਹੀਂ ਦੇ ਰਹੇ। ਇਸ ਕਰਕੇ ਅਸੀਂ ਕੀ ਕਹਿਣਾ ਚਾਹ ਰਹੇ ਹਾਂ ਕਿ ਅਗਰ ਤੁਸੀਂ ਕੰਮ ਕਰ ਰਹੇ ਹੋ, ਕਿਉਂਕਿ ਤੁਹਾਨੂੰ ਅਲਟੀਮੇਟਲੀ ਸ਼ੋਅ ਕਰਨਾ ਪਏਗਾ ਕੋਰਟ ਦੇ ਵਿੱਚ ਕਿ ਅਗਰ ਤੁਸੀਂ ਕੰਮ ਕਰ ਰਹੇ ਸੀ ਤੇ ਤੁਸੀਂ ਪੇਮੈਂਟਸ ਕਿਉਂ ਨਹੀਂ ਕੀਤੀਆਂ, ਕਿਉਂਕਿ ਜਿਹੜਾ ਲੈਂਡਲੋਰਡ ਹੈ ਬਾਅਦ ਵਿੱਚ ਕੋਰਟ ਵਿੱਚ ਜਾ ਕੇ, ਸਿਵਲ ਕੋਰਟ ਵਿੱਚ ਜਾ ਕੇ ਪੇਮੈਂਟਸ ਲੈ ਸਕਦਾ ਹੈ ਆਪਣੀਆਂ। ਨਾਓ ਰੀਜ਼ਨਸ ਕੀ ਨੇ ਕਿ ਤੁਸੀਂ ਕਿਉਂ ਇਵਿਕਟ ਕਰ ਸਕਦੇ ਹੋ? ਕੁਛ ਰੀਜ਼ਨਸ ਜਿਹੜੇ ਨੇ ਉਹ ਨੌਨ ਪੇਮੈਂਟ ਹੋ ਗਿਆ ਕਿ ਰੈਂਟ ਨਹੀਂ ਪੇ ਕਰ ਰਹੇ। ਦੂਸਰਾ ਇਹ ਹੋ ਸਕਦਾ ਕਿ ਜਿਹੜੀ ਤੁਹਾਡੀ ਲੀਜ਼ ਅਗਰੀਮੈਂਟ ਹੈ ਜਾਂ ਰੈਂਟਲ ਅਗਰੀਮੈਂਟ ਹੈ ਉਹਨੂੰ ਤੁਸੀਂ ਵਾਇਓਲੇਟ ਕਰ ਰਹੇ ਹੋ। ਫੋਰ ਇੰਸਟੈਂਸ, ਅਗਰ ਤੁਹਾਡੇ ਲੀਜ਼ ਅਗਰੀਮੈਂਟ ਦੇ ਵਿੱਚ ਲਿਖਿਆ ਕਿ ਤੁਸੀਂ ਪੈਟ ਨਹੀਂ ਰੱਖ ਸਕਦੇ ਤੇ ਤੁਸੀਂ ਪੈਟ ਰੱਖ ਲਿਆ ਤੇ ਤਾਂ ਵੀ ਤੁਹਾਨੂੰ ਇਵਿਕਟ ਕੀਤਾ ਜਾ ਸਕਦਾ। ਅਗਰ ਤੁਸੀਂ ਕਿਸੇ ਦੀ ਪ੍ਰਾਪਰਟੀ ਡੈਮੇਜ ਕਰ ਰਹੇ ਹੋ ਲੈਂਡਲੋਰਡ ਦੀ, ਉਹ ਤਾਂ ਵੀ ਤੁਹਾਨੂੰ ਇਵਿਕਟ ਕਰ ਸਕਦੇ ਨੇ। ਜਿਹੜਾ ਨਿਊਯਾਰਕ ਸਟੇਟ ਹੈ ਉਹਦੇ ਵਿੱਚ ਸਮਰੀ ਪ੍ਰੋਸੀਡਿੰਗਸ ਹੁੰਦੀਆਂ ਨੇ। ਸੋ ਇਹ ਇੱਕ ਲੈਂਡਲੋਰਡ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਦੋਂ ਉਹ ਆਪਣੇ ਟੈਨੈਂਟ ਨੂੰ ਇਵਿਕਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੋਏ ਕਿ ਉਹ ਇੱਕ ਸਹੀ ਅਟਰਨੀ ਦਾ, ਜਿਹਨੂੰ ਨੌਲੇਜ ਹੈ ਇਸ ਚੀਜ਼ ਦੀ, ਉਸਦੀ ਹੈਲਪ ਲੈ ਰਹੇ ਨੇ। ਕਿਉਂਕਿ ਅਗਰ ਤੁਸੀਂ ਕੋਈ ਵੀ ਪ੍ਰੋਸੈਸ ਗਲਤ ਕਰ ਦਿੰਦੇ ਹੋ, ਮਿਸ ਸਟੈਪ ਹੋ ਜਾਂਦਾ ਤੇ ਤੁਹਾਡੀ ਜਿਹੜੀ ਪਟੀਸ਼ਨ ਹੈ
ਉਹਨੂੰ ਡਿਸਮਿਸ ਕਰ ਦਿੱਤਾ ਜਾਏਗਾ, ਕਿਉਂਕਿ ਇਹ ਜਿਹੜਾ ਸਟੈਚੂਟਰੀ ਰਿਕੁਆਇਰਮੈਂਟਸ ਨੇ ਨਾ, ਇਹ ਬਹੁਤ ਮੀਟ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ। ਇੱਕ ਛੋਟੀ ਜਿਹੀ ਚੂਕ ਵੀ ਤੁਹਾਡਾ ਡਿਸਮਿਸਲ ਕਰਵਾ ਸਕਦੀ ਹੈ ਪਟੀਸ਼ਨ ਨੂੰ। ਸੋ we'll talk more about it। ਮੈਂ ਸਤਵੰਤ ਸਵਾਲ ਲਵਾਂ ਉਸ ਤੋਂ ਪਹਿਲਾਂ ਲੋਕਾਂ ਦੀ ਕਾਲ ਵੀ ਮੈਂ ਜ਼ਰੂਰ ਸੁਣਨਾ ਚਾਹੁੰਦਾ। ਸਾਡੇ ਕਾਲਰ ਸਾਨੂੰ ਕਾਲ ਕਰ ਰਹੇ ਨੇ, ਉਹਨਾਂ ਦੇ ਸਵਾਲ ਹੋਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਵਾਜ਼ ਨਹੀਂ ਕਰੇਗਾ। ਹਾਂਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਜੀਤ ਸਿੰਘ ਬੋਲ ਰਿਹਾ ਜੀ। ਜੀ ਸੁਰਜੀਤ ਸਿੰਘ ਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਹੈਗਾ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਔਰ ਮੈਨੂੰ 7-8 ਸਾਲ ਹੋ ਗਏ ਇੱਥੇ USA ਰਹਿੰਦੇ, ਤੇ ਮੈਂ 6 ਮਹੀਨੇ ਤੋਂ ਪਹਿਲਾਂ ਇੰਡੀਆ ਤੋਂ ਹੋ ਕੇ ਆ ਜਾਂਦਾ ਸੀਗਾ, ਲੇਕਿਨ ਇਸ ਵਾਰੀ COVID-19 ਕਰਕੇ ਜਿਹੜਾ ਮੈਨੂੰ 9-10 ਮਹੀਨੇ ਲੱਗ ਗਏ। ਜਿਹੜੀ ਮੇਰੀ ਉਹ ਸਟੇ ਵਾਲੀ ਸੀ 6 ਮਹੀਨੇ ਵਾਲੀ, ਉਹ ਮੇਰੀ ਬਲੋਕ ਹੋ ਗਈ। ਕੀ ਮੈਂ ਸਿਟੀਜ਼ਨ ਵਾਸਤੇ ਅਪਲਾਈ ਕਰ ਸਕਦਾ? ਸਤਵੰਤ, ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ। ਸੋ ਓਕੇ, ਜਿਹੜਾ ਤੁਹਾਡਾ COVID-19 I stay over ਤੁਹਾਡਾ ਸਮਝ ਆ ਗਿਆ ਜੀ ਤੁਹਾਡਾ ਸਵਾਲ। ਤੁਸੀਂ ਆਪਣਾ ਜਵਾਬ ਟੀਵੀ ਸਕਰੀਨ ਤੇ ਸੁਣ ਲਓ ਜੀ। ਹਾਂਜੀ ਥੈਂਕ ਯੂ। ਸੋ ਆਈ ਅੰਡਰਸਟੈਂਡ ਕਿ ਸਰਜੀਤ ਜੀ ਤੁਸੀਂ ਪੁੱਛ ਰਹੇ ਹੋ ਕਿ ਮੈਂ ਜ਼ਿਆਦਾ ਟਾਈਮ 6 ਮਹੀਨੇ ਤੋਂ ਜ਼ਿਆਦਾ ਇੰਡੀਆ ਰਹਿ ਗਿਆ ਵਾਂ ਤੇ ਕੀ ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ। ਤੁਹਾਨੂੰ ਮੀਟ ਕਰਨੀਆਂ ਹੁੰਦੀਆਂ ਰਿਕੁਆਇਰਮੈਂਟਸ, ਉਹਨਾਂ ਦਾ ਟਾਈਮ ਫਰੇਮ ਹੁੰਦਾ ਤੇ ਤੁਹਾਨੂੰ ਉਹਨਾਂ ਦਾ ਟਾਈਮ ਫਰੇਮ ਚੈੱਕ ਕਰਨਾ ਪਏਗਾ ਕਿ ਉਸ ਤੋਂ ਪਹਿਲਾਂ ਤੁਸੀਂ ਕਿੰਨਾ ਟਾਈਮ ਇੰਡੀਆ ਵਿੱਚ ਰਹੇ ਹੋ, ਕਿਉਂਕਿ ਤੁਹਾਡੇ ਕੋਲ 5 ਸਾਲ ਤੋਂ ਬਾਅਦ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰਦੇ ਹੋ ਆਪਣੀ, ਅਨਲੈਸ ਤੁਸੀਂ ਵਿਆਹ ਦੇ ਵਿੱਚੋਂ ਗ੍ਰੀਨ ਕਾਰਡ ਲਿਆ ਤੇ ਫਿਰ ਤੁਹਾਡੇ ਕੋਲ 3 ਸਾਲ ਦਾ ਅਰਸਾ ਹੁੰਦਾ। ਅਗਰ ਤੁਸੀਂ 5 ਸਾਲ ਦਾ ਅਰਸਾ ਤੁਹਾਡਾ ਪੂਰਾ ਹੋ ਗਿਆ ਤੇ ਤੁਹਾਡੀ ਇਸ ਤੋਂ ਪਹਿਲਾਂ ਕੋਈ ਟਰੈਵਲ ਨਹੀਂ ਕੀਤਾ ਤੁਸੀਂ, ਤੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜੇ ਇਸ ਤੋਂ ਪਹਿਲਾਂ ਕੀਤਾ ਤੇ ਫਿਰ ਤੁਹਾਨੂੰ ਦੇਖਣਾ ਪਏਗਾ, ਸਾਨੂੰ ਤੁਹਾਡਾ ਡੇਟਸ ਵੇਖਣੀਆਂ ਪੈਣਗੀਆਂ ਕਿ ਕਦੋਂ ਬਾਹਰ ਰਹੇ ਹੋ, ਤਾਂ ਕਿ ਅਸੀਂ ਤੁਹਾਨੂੰ ਦੇਖ ਕੇ ਦੱਸ ਸਕੀਏ ਕਿ ਤੁਹਾਡਾ ਟਾਈਮ ਫਰੇਮ ਮੀਟ ਕਰਦਾ ਕਿ ਨਹੀਂ ਕਰਦਾ। ਤੁਸੀਂ ਉਹਦੇ ਵਾਸਤੇ ਮੇਰੇ ਆਫਿਸ ਫੋਨ ਕਰ ਸਕਦੇ ਹੋ 7186750700 ਦੇ ਉੱਤੇ। ਬਿਲਕੁਲ। ਸੋ ਤੁਸੀਂ ਆਪਣੀ ਅਪਾਇੰਟਮੈਂਟ ਜਿਹੜੀ ਹੈ ਉਹ ਸਤਵੰਤ ਦੇ ਨਾਲ ਤੁਸੀਂ ਬਣਾ ਸਕਦੇ ਹੋ, ਤੁਹਾਨੂੰ ਗਾਈਡ ਕਰਨਗੇ ਪ੍ਰੋਪਰ, ਔਰ ਬਕਾਇਦਾ ਜਿਹੜਾ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਹੈਗਾ ਤੁਹਾਨੂੰ ਦੱਸਿਆ ਜਾਂਦਾ। ਟੀਮ ਇਹਨਾਂ ਦੀ ਪੂਰੀ ਪ੍ਰੋਫੈਸ਼ਨਲ ਹੈਗੀ ਹੈ, ਔਰ ਖੁਦ ਆਪ ਸਤਵੰਤ ਜਿਹੜੇ ਨੇ ਪੜ੍ਹਾਈ ਕਰਕੇ ਤੁਸੀਂ ਵੇਖ ਪਾ ਰਹੇ ਹੋ ਅੱਜ ਬਕਾਇਦਾ ਆਫਿਸ ਦੇ ਵਿੱਚ ਮੌਜੂਦ ਨੇ, ਔਰ ਠੀਕ ਉਹਨਾਂ ਦੇ ਪਿੱਛੇ ਵਾਲਸ ਦੇ ਉੱਤੇ ਉਹ ਕ੍ਰੈਡੀਬਿਲਿਟੀ ਨਜ਼ਰ ਆਉਂਦੀ ਹੈ ਜੋ ਕਿ ਹੈਂਗ ਹੋਈ ਹੈ ਵਾਲ ਦੇ ਉੱਤੇ। ਮੈਂ ਸਤਵੰਤ ਇੱਕ ਵਾਰੀ ਰਿਕੁਐਸਟ ਕਰਾਂਗਾ ਕਿ ਜ਼ਰੂਰ ਤੁਸੀਂ ਦੱਸੋ ਕਿ ਆਪਣੀ ਪੜ੍ਹਾਈ ਬਾਰੇ ਵੀ, ਤੇ ਕਿੱਥੇ ਤੁਸੀਂ ਪੜ੍ਹਾਈ ਕੀਤੀ ਔਰ ਅੱਜ ਤੁਸੀਂ ਕਮਿਊਨਿਟੀ ਨੂੰ ਸਰਵ ਵੀ ਕਰ ਰਹੇ ਹੋ। ਹਾਂਜੀ, ਸੋ ਥੈਂਕ ਯੂ ਹਰਕੀਰਤ। ਮੈਂ ਸ਼ੁਰੂ ਤੋਂ ਹੀ ਇੱਥੇ ਪੜ੍ਹੀ ਹਾਂ, ਬਚਪਨ ਤੋਂ ਹੀ। ਸੋ ਮੇਰੀ ਜਿਹੜੀ ਬੈਚਲਰਸ ਡਿਗਰੀ ਹੈ ਉਹ ਕ੍ਰਿਮੀਨਲ ਜਸਟਿਸ ਵਿੱਚ ਹੈ, ਮੇਰੀ ਮਾਸਟਰਸ ਡਿਗਰੀ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਹੈ। ਫਿਰ ਉਸ ਤੋਂ ਬਾਅਦ ਮੈਂ ਇਹ ਦੋਵੇਂ ਡਿਗਰੀਆਂ ਮੈਂ ਜੌਨ ਜੇ ਕਾਲਜ ਵਿੱਚੋਂ ਲਈਆਂ, ਨਿਊਯਾਰਕ ਸਿਟੀ ਵਿੱਚੋਂ ਹੀ। ਤੇ ਉਸ ਤੋਂ ਬਾਅਦ ਮੈਂ ਐਰੀਜ਼ੋਨਾ, ਸਟੇਟ ਆਫ ਐਰੀਜ਼ੋਨਾ ਤੋਂ ਆਪਣੀ ਲਾਅ ਡਿਗਰੀ ਲਈ, ਤੇ ਉਸ ਤੋਂ ਬਾਅਦ ਮੈਂ ਨਿਊਯਾਰਕ ਸਟੇਟ ਦਾ ਬਾਰ ਐਗਜ਼ਾਮ ਲੈ ਕੇ ਇੱਥੇ ਨਿਊਯਾਰਕ ਸਟੇਟ 'ਚ ਪਿਛਲੇ 5-6 ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹਾਂ। ਪ੍ਰਾਊਡ ਮੂਮੈਂਟ ਫॉर ਦੀ ਕਮਿਊਨਿਟੀ ਕਿ ਹੁਣ ਸਾਡੀ ਲੈਂਗੁਏਜ ਦੇ ਵਿੱਚ ਕੋਈ ਅਟਰਨੀ ਹੈ ਜਿਹੜਾ ਸਾਡੀ ਜਨਰੇਸ਼ਨ ਦੇ ਹੈਗੇ ਆ ਜਿਹੜੇ ਗਾਈਡ ਕਰ ਸਕਦੇ ਆ ਸਾਡੀ ਫਰਸਟ ਜਨਰੇਸ਼ਨ ਨੂੰ। ਸਾਡੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਗੁਰਪ੍ਰੀਤ ਤੇ ਮੈਂ ਨਿਊ ਜਰਸੀ ਤੋਂ ਬੋਲ ਰਹੀ ਹਾਂ ਇੱਥੋਂ। ਜੀ ਗੁਰਪ੍ਰੀਤ ਜੀ, ਕੀ ਸਵਾਲ ਹੈ ਤੁਹਾਡਾ? ਥੈਂਕ ਯੂ ਜੀ ਫॉर ਟੇਕਿੰਗ ਮਾਈ ਕਾਲ। ਸੋ ਮੈਂ ਜਸਟ ਹੁਣੇ ਤੁਹਾਡਾ ਪ੍ਰੋਗਰਾਮ ਦੇਖ ਰਹੀ ਸੀਗੀ ਕਿ ਸਾਡੇ ਨਾ ਇੱਕ ਟੈਨੈਂਟ ਹੈਗੇ ਔਰ ਉਹਨਾਂ ਦੀ ਲਾਸਟ ਈਅਰ ਨਵੰਬਰ ਵਿੱਚ ਲੀਜ਼ ਸਟਾਰਟ ਕੀਤੀ। ਨਾਓ ਦੇ ਆਰ ਟੇਕਿੰਗ ਐਡਵਾਂਟੇਜ ਆਫ ਦ ਕੋਵਿਡ ਸਿਚੁਏਸ਼ਨ। ਰਾਈਟ। They damaged the condominium. They are not paying rent since April. They are very rude and disrespectful. Finally, we filed eviction on August 20th. And but कोर्ट कोई डेट ही नहीं दे रही है। ਉਹਨਾਂ ਦੀ 31 ਅਕਤੂਬਰ ਨੂੰ ਲੀਜ਼ ਖਤਮ ਹੋ ਰਹੀ ਹੈ ਜੋ ਕੰਟਰੈਕਟ ਹੈ, and they are still damaging. ਪੁਲਿਸ ਰਿਪੋਰਟਸ ਕਰਵਾਈਆਂ ਹੈ, ਸਭ ਕੁਝ ਹੈ। ਕੰਡੋਮੀਨੀਅਮ ਐਸੋਸੀਏਸ਼ਨ ਵਾਲੇ ਉਹ ਵੀ ਕਹਿ ਰਹੇ ਹੈ ਕਿ ਇਹਨਾਂ ਨੂੰ ਇਵਿਕਟ ਕਰੋ। ਬਾਕੀ ਜਿਹੜੇ ਟੈਨੈਂਟਸ ਨੇਗੇ ਅਰਾਊਂਡ ਉਹ ਵੀ ਬਹੁਤ ਦੁਖੀ ਹੈ। ਸੋ what should we do now? Because lease is expiring on 31st. That's 3 more days. Okay. Very good question. Thank you. ਜ਼ਰੂਰ ਆਪਾਂ ਅਟਰਨੀ ਸਤਵੰਤ ਕੌਰ ਹੁਣ ਤੁਹਾਡਾ ਸਵਾਲ ਦਾ ਜਵਾਬ ਲੈ ਲੈਂਦੇ ਹਾਂ। ਥੈਂਕ ਯੂ ਜੀ। ਥੈਂਕ ਯੂ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਲਰੇਡੀ ਇਵਿਕਸ਼ਨ ਪ੍ਰੋਸੈਸ ਕਰ ਦਿੱਤਾ ਤੇ ਤੁਹਾਨੂੰ ਕੋਰਟ ਡੇਟ ਨਹੀਂ ਦੇ ਰਿਹਾ। ਕੋਰਟ ਇਸ ਕਰਕੇ ਡੇਟਸ ਨਹੀਂ ਦੇ ਰਹੇ, ਤੁਸੀਂ ਕਹਿ ਰਹੇ ਹੋ ਤੁਸੀਂ ਨਿਊ ਜਰਸੀ ਵਿੱਚ ਹੋ ਤੇ ਨਿਊਯਾਰਕ ਵਿੱਚ ਵੀ ਇਦਾਂ ਹੀ ਹੋ ਰਿਹਾ ਕਿ ਕੋਰਟਸ ਡੇਟ ਨਹੀਂ ਦੇ ਰਹੇ। ਬਟ ਦ ਗੁੱਡ ਥਿੰਗ ਇਜ਼ ਕਿ ਤੁਸੀਂ ਆਲਰੇਡੀ ਆਪਣੀ ਪਟੀਸ਼ਨ ਫਾਈਲ ਕਰ ਦਿੱਤੀ ਹੈ।
ਕੋਰਟਸ ਹਜੇ ਤੱਕ ਡੇਟ ਤਾਂ ਨਹੀਂ ਦੇ ਰਹੇ। ਨਿਊਯਾਰਕ ਵਿੱਚ ਤੇ ਇਸ ਤਰ੍ਹਾਂ ਹੋ ਗਿਆ ਕਿ ਉਹਨਾਂ ਨੇ ਐਕਸਟੈਂਡ ਕਰ ਦਿੱਤੀ ਹੈ, ਗਵਰਨਰ ਕੋਮੋ ਨੇ ਜਿਹੜੀ ਐਕਸਟੈਂਸ਼ਨ ਦੇ ਦਿੱਤੀ ਹੈ January 1st 2021 ਤੱਕ ਕਿ ਤੁਸੀਂ ਇਵਿਕਟ ਨਹੀਂ ਇਵਿਕਟ ਕਰ ਸਕਦੇ ਤੁਸੀਂ January 21st ਤੱਕ। ਕਰੈਕਟ, January 1 2021 ਤੱਕ ਤੁਸੀਂ ਇਵਿਕਟ ਨਹੀਂ ਕਰ ਸਕਦੇ ਉਹਨਾਂ ਨੂੰ। ਠੀਕ ਹੈ, ਪਰ ਤੁਸੀਂ ਅਗਰ ਆਪਣੀ ਪਟੀਸ਼ਨ ਫਾਈਲ ਕਰ ਦਿੱਤੀ ਹੈ ਤੇ ਜਦੋਂ ਵੀ ਕੋਰਟ ਡੇਟ ਦੇਣੀ ਸ਼ੁਰੂ ਕਰਨਗੇ ਤੁਹਾਨੂੰ ਡੇਟ ਮਿਲ ਜਾਏਗੀ। ਸੋ ਨਿਊ ਜਰਸੀ ਵਿੱਚ ਆਫ ਕੋਰਸ ਯੂ ਨੀਡ ਟੂ ਫਾਈਂਡ ਆਊਟ ਕਿ ਉਹਨਾਂ ਨੇ ਕਿੰਨੀ ਦੇਰ ਤੱਕ ਐਕਸਟੈਂਸ਼ਨ ਦਿੱਤੀ ਹੈ ਇਸ ਚੀਜ਼ ਦੀ। ਇਟਸ ਪ੍ਰੋਬੇਬਲੀ ਬਿਕਾਜ਼ ਆਫ ਦੈਟ ਕੋਰਟਸ ਡੇਟ ਨਹੀਂ ਦੇ ਰਹੇ ਪਰ ਉਹ ਪਟੀਸ਼ਨਸ ਲੈ ਰਹੇ ਨੇ ਤੇ ਜਦੋਂ ਵੀ ਉਹਨਾਂ ਨੂੰ ਡੇਟਸ ਅਵੇਲੇਬਲ ਹੋਣਗੀਆਂ ਤੁਹਾਨੂੰ ਡੇਟ ਦੇ ਦੇਣਗੇ ਕੋਰਟ ਦੀ। ਸੋ ਮੇਰਾ ਸੁਜੈਸ਼ਨ ਇਹ ਹੈ ਕਿ ਉਹਨਾਂ ਦੇ ਨਾਲ ਇੰਗੇਜ ਨਾ ਕਰੋ। ਅਗਰ ਉਹ ਤੁਹਾਡੀ ਪ੍ਰੋਪਰਟੀ ਡੈਮੇਜ ਕਰ ਰਹੇ ਨੇ ਤੇ ਯੂ ਸ਼ੁਡ ਮੇਕ ਅ ਨੋਟ ਆਫ ਇਟ ਤਾਂ ਕਿ ਤੁਸੀਂ ਬਾਅਦ ਚ ਉਹਨਾਂ ਦੇ ਕੋਲੋਂ ਸਿਵਲ ਕੋਰਟ ਦੇ ਵਿੱਚ ਜਾਂ ਸਮਾਲ ਕਲੇਮਸ ਕੋਰਟ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਆਪਣੇ ਡੈਮੇਜਸ ਦੀ ਰਿਕਵਰੀ ਕਰ ਸਕੋ। ਠੀਕ ਹੈ, ਫੋਟੋਜ਼ ਵਗੈਰਾ ਖਿੱਚੋ, ਜੋ ਵੀ ਤੁਸੀਂ ਕਰ ਸਕਦੇ ਹੋ ਕਰੋ। ਉਹਨਾਂ ਨੂੰ ਤੁਸੀਂ ਫਿਰ ਵੀ ਨੋਟਿਸ ਦੇ ਸਕਦੇ ਹੋ ਕਿ ਉਹ ਤੁਹਾਡੀ ਜਿਹੜੀ ਪ੍ਰੋਪਰਟੀ ਡੈਮੇਜ ਕੀਤੀ ਉਹਨੂੰ ਠੀਕ ਕਰਵਾਉਣ। ਜੀ, ਅਗਰ ਉਹ ਨਹੀਂ ਕਰਦੇ ਤਾਂ ਤੁਸੀਂ ਬਾਅਦ ਵਿੱਚ ਆਪਣੇ ਡੈਮੇਜਸ ਵਾਸਤੇ ਉਹਨਾਂ ਨੂੰ ਸੂ ਕਰ ਸਕਦੇ ਹੋ। ਜੀ ਬਿਲਕੁਲ। ਲੈਂਡਲੋਰਡ ਅਤੇ ਟੈਨੈਂਟਸ ਦੇ ਹੋਰ ਕੀ ਹਨ ਮਸਲੇ, ਕਈ ਸਾਰੇ ਹੋਰ ਵੀ ਸਵਾਲ ਹਨ। ਲਾਅ ਮੈਟਰਸ ਵਿਦ ਅਟਾਰਨੀ ਸਤਵੰਤ ਕੌਰ ਇਸ ਪ੍ਰੋਗਰਾਮ ਦੇ ਤਹਿਤ ਪੁੱਛਦੇ ਰਹਾਂਗੇ। ਫਿਲਹਾਲ ਰੁਕਦੇ ਹਾਂ ਇੱਕ ਨਿੱਕੇ ਜਿਹੇ ਬ੍ਰੇਕ ਲਈ। ਲਾਅ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਿੱਧਾ ਲੈ ਕੇ ਚੱਲਦੇ ਹਾਂ ਅਟਾਰਨੀ ਸਤਵੰਤ ਕੌਰ ਹੋਰਾਂ ਦੇ ਕੋਲ। ਲੈਂਡਲੋਰਡ ਅਤੇ ਟੈਨੈਂਟਸ ਦੇ ਜਿਹੜੇ ਇਸ਼ੂਜ਼ ਹਨ ਉਹਨਾਂ ਦੇ ਉੱਤੇ ਗੱਲ ਹੋ ਰਹੀ ਹੈ। ਸਤਵੰਤ, ਜਾਣਨਾ ਚਾਹਾਂਗੇ ਜੇਕਰ ਅਸੀਂ ਹੁਣ ਟੈਨੈਂਸੀ ਪ੍ਰੋਸੈਸ ਨੂੰ ਵਿਦਆਊਟ ਐਨੀ ਕਾਜ਼ ਪ੍ਰੋਸੈਸ ਕਰਨਾ ਹੋਏ ਤੇ ਉਹਦਾ ਕੀ ਪ੍ਰੋਸੈਸ ਹੁੰਦਾ? ਓਕੇ, ਸੋ ਅਗਰ ਅਸੀਂ ਬਿਨਾਂ ਕਿਸੇ ਰੀਜ਼ਨ ਤੋਂ ਕਿਸੇ ਨੂੰ ਅਵਿਕਟ ਕਰਨਾ ਚਾਹੁੰਦੇ ਹਾਂ ਉਹਦਾ ਕੀ ਪ੍ਰੋਸੈਸ ਹੈ? ਪਹਿਲੀ ਗੱਲ ਤੇ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਅਵਿਕਟ ਨਹੀਂ ਕਰ ਸਕਦੇ ਬਿਨਾਂ ਕਿਸੇ ਰੀਜ਼ਨ ਤੋਂ। ਅਗਰ ਤੁਸੀਂ ਉਹਨਾਂ ਨੂੰ ਅਵਿਕਟ ਕਰਨਾ ਵੀ ਹੈ ਤੇ ਉਹਨਾਂ ਦੀ ਜਿਹੜੀ ਲੀਜ਼ ਹੈ ਉਹ ਐਂਡ ਹੋਏਗੀ ਜਾਂ ਰੈਂਟਲ ਅਗਰੀਮੈਂਟ ਐਂਡ ਹੋਏਗਾ ਫਿਰ ਹੀ ਤੁਸੀਂ ਉਹਨਾਂ ਨੂੰ ਇਵਿਕਟ ਕਰ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਉਹਨਾਂ ਨੂੰ ਨੋਟਿਸ ਦੇਣਾ ਪੈਂਦਾ ਹੈ। ਸੋ ਬਿਫੋਰ ਆਈ ਗੈਟ ਇਨਟੂ ਕਿ ਉਹਨਾਂ ਨੂੰ ਕੀ ਨੋਟਿਸਿਸ ਦੇਣੇ ਪੈਂਦੇ ਨੇ, ਉਸ ਤੋਂ ਪਹਿਲਾਂ ਅਗਰ ਤੁਸੀਂ ਆਪਣਾ ਇਵਿਕਸ਼ਨ ਪ੍ਰੋਸੈਸ ਸਟਾਰਟ ਕਰਨਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਹਕੀਕਤ ਨੋਟਿਸ ਦੇਣਾ ਪੈਂਦਾ ਹੈ ਟੈਨੈਂਟ ਕਿ ਤੁਸੀਂ ਕਿਉਂ ਉਹਨਾਂ ਕੋਲੋਂ ਆਪਣਾ ਮਕਾਨ ਖਾਲੀ ਕਰਵਾਉਣਾ ਚਾਹ ਰਹੇ ਹੋ। ਸੋ ਪਹਿਲੀ ਗੱਲ 14 ਡੇ ਨੋਟਿਸ ਦੇਣਾ ਪੈਂਦਾ ਅਗਰ ਤੁਸੀਂ ਤੁਹਾਨੂੰ ਰੈਂਟ ਨਹੀਂ ਦਿੱਤਾ ਜਾ ਰਿਹਾ। ਸੋ ਪੇ ਔਰ ਕੁਇਟ which means ਕਿ ਤੁਹਾਨੂੰ 14 days ਦਾ ਤੁਸੀਂ ਟੈਨੈਂਟ ਨੂੰ ਨੋਟਿਸ ਦਿੱਤਾ ਕਿ ਜਾਂ ਤੇ ਰੈਂਟ ਪੇ ਕਰ ਦਿਓ ਤੇ ਜਾਂ ਤੁਸੀਂ ਮਕਾਨ ਖਾਲੀ ਕਰ ਦਿਓ। ਅਗਰ ਉਹ ਮਕਾਨ ਖਾਲੀ ਨਹੀਂ ਕਰਦੇ ਨੇ ਜਾਂ ਰੈਂਟ ਨਹੀਂ ਦਿੰਦੇ ਤੇ ਫਿਰ ਤੁਸੀਂ ਉਹਨਾਂ ਨੂੰ ਕੋਰਟ ਵਿੱਚ ਲੈ ਕੇ ਜਾ ਸਕਦੇ ਹੋ। ਉਸ ਤੋਂ ਦੂਸਰੀ ਜਿਹੜੀ ਚੀਜ਼ ਹੈ ਨੋਟਿਸ ਟੂ ਕਿਉਰ ਜਾਂ ਟਰਮੀਨੇਟ, ਜਿਸ ਤਰ੍ਹਾਂ ਕਿ ਸਾਨੂੰ ਪਹਿਲਾਂ ਕੋਲਰ ਨੇ ਕੋਲ ਕੀਤੀ ਹੈ ਉਹ ਪਰ ਆਲਰੇਡੀ ਕੋਰਟ ਵਿੱਚ ਜਾ ਚੁੱਕੇ ਨੇ। ਸੋ ਤੁਸੀਂ ਕੀ ਕਰਦੇ ਹੋ? ਉਹਨਾਂ ਦੇ ਕੇਸ ਵਿੱਚ ਕੀ ਹੋ ਸਕਦਾ ਸੀ ਕਿ ਉਹ ਪਹਿਲਾਂ ਨੋਟਿਸ ਦਿੰਦੇ ਕਿ ਤੁਸੀਂ ਜੋ ਸਾਡਾ ਨੁਕਸਾਨ ਕਰ ਰਹੇ ਹੋ ਉਸਨੂੰ ਠੀਕ ਕਰੋ ਤੇ ਅਗਰ ਉਹ 10 ਦਿਨ ਦੇ ਵਿੱਚ ਉਸਨੂੰ ਠੀਕ ਨਹੀਂ ਕਰਦੇ ਤੇ ਫਿਰ ਉਹ ਜਾ ਕੇ ਉਹਨਾਂ ਨੂੰ 30 days ਦਾ ਨੋਟਿਸ ਦਿੰਦੇ ਕਿ ਤੁਸੀਂ ਸਾਡਾ ਇਵਿਕਟ ਕਰ ਦਿਓ ਮਕਾਨ ਨੂੰ ਕਿ ਅਸੀਂ ਟਰਮੀਨੇਟ ਕਰ ਰਹੇ ਹਾਂ ਤੁਹਾਡੇ ਨਾਲ ਆਪਣੀ ਟੈਨੈਂਸੀ। ਨਾਓ ਜਿਹੜਾ ਵਿਦਆਊਟ ਕਾਜ਼ ਹੈ ਉਹਦੇ ਵਾਸਤੇ ਵੀ ਤੁਹਾਨੂੰ ਨੋਟਿਸ ਦੇਣਾ ਪੈਂਦਾ। ਨੋਟਿਸ ਇਜ਼ ਵੈਰੀ ਇੰਪੋਰਟੈਂਟ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪ੍ਰੋਸੈਸ ਜਿਹੜਾ ਹੈ ਸਟੈਚੂਟੋਰੀ ਰਿਕੁਆਇਰਮੈਂਟਸ ਫਿਲ ਕਰਨੀਆਂ ਜ਼ਰੂਰੀ ਨੇ। ਹੁਣ 2019 ਦੇ ਵਿੱਚ ਅਕਤੂਬਰ ਦੇ ਵਿੱਚ ਲਾਅ ਚੇਂਜ ਹੋ ਗਿਆ ਸੀ। ਪਹਿਲਾਂ ਕੀ ਹੁੰਦਾ ਸੀ ਕਿ ਤੁਸੀਂ ਸਿਰਫ 30 day ਨੋਟਿਸ ਦੇਣਾ ਹੁੰਦਾ ਹੈ। ਅਕਤੂਬਰ 2019 ਦੇ ਵਿੱਚ ਗਵਰਨਮੈਂਟ ਨੇ ਲਾਅ ਚੇਂਜ ਕੀਤਾ ਕਿ ਜੇ ਤੁਸੀਂ ਨੋਟਿਸ ਦੇਣਾ ਤੇ ਉਹਦੀਆਂ ਕੁਛ ਰਿਕੁਆਇਰਮੈਂਟਸ ਨੇ। ਅਗਰ ਤੁਹਾਡੇ ਕੋਲ ਕੋਈ ਸਾਲ ਤੋਂ ਜ਼ਿਆਦਾ ਰਹਿ ਰਿਹਾ, ਸੋ ਸਾਲ ਦਾ ਟਾਈਮ ਫਰੇਮ ਹੈ, ਅਗਰ ਉਹ ਸਾਲ ਤੋਂ ਰਹਿ ਰਹੇ ਨੇ ਜਾਂ ਉਹਨਾਂ ਦੇ ਕੋਲ ਸਾਲ ਦਾ ਅਗਰੀਮੈਂਟ ਸੀ ਤੁਹਾਡੇ ਨਾਲ ਲੀਜ਼ ਦਾ ਜਾਂ ਰੈਂਟਲ ਸੀ, ਫਿਰ ਤੁਹਾਨੂੰ ਉਹਨਾਂ ਨੂੰ 30 days ਨੋਟਿਸ ਦੇਣਾ ਪੈਂਦਾ ਹੈ even if it's without cause. Once their agreement is over, you can give them 30 day notice. ਅਗਰ ਉਹ ਤੁਹਾਡੇ ਕੋਲ 2 ਸਾਲ ਤੋਂ ਰਹਿ ਰਹੇ ਨੇ ਜਾਂ ਉਹਨਾਂ ਦੇ ਕੋਲ ਤੁਹਾਡੇ ਨਾਲ 2 ਸਾਲ ਦਾ ਅਗਰੀਮੈਂਟ ਹੈ, ਫਿਰ ਤੁਹਾਨੂੰ ਉਹਨਾਂ ਨੂੰ 60 days ਦਾ ਨੋਟਿਸ ਦੇਣਾ ਪੈਂਦਾ ਹੈ ਕੋਰਟ ਜਾਣ ਤੋਂ ਪਹਿਲਾਂ। ਅਗਰ ਉਹ ਤੁਹਾਡੇ ਕੋਲ 2 ਸਾਲ ਤੋਂ ਜ਼ਿਆਦਾ ਰਹਿ ਰਹੇ ਨੇ, ਮੀਨਿੰਗ ਕਿ ਉਹਨਾਂ ਨੂੰ 2 ਸਾਲ 3 ਸਾਲ ਜਾਂ 4 ਸਾਲ ਹੋ ਗਏ ਨੇ ਰਹਿੰਦੇ ਹੋਏ ਤੇ ਉਹਨਾਂ ਕੋਲ 2 ਸਾਲ ਦਾ ਅਗਰੀਮੈਂਟ ਸੀ, ਫਿਰ ਤੁਹਾਨੂੰ 90 ਦਿਨ ਦਾ ਨੋਟਿਸ ਦੇਣਾ ਪਏਗਾ। ਉਸ ਤੋਂ ਪਹਿਲਾਂ ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਪਹਿਲਾਂ ਉਹਨਾਂ ਨੂੰ ਰਿਟਨ ਨੋਟਿਸ ਦਿਓਗੇ ਤੁਸੀਂ 30 days ਦਾ ਜਾਂ 60 days ਦਾ ਜਾਂ 90 days ਦਾ। ਉਸ ਤੋਂ ਬਾਅਦ ਤੁਹਾਡਾ ਕੋਰਟ ਦੇ ਵਿੱਚ ਪ੍ਰੋਸੈਸ ਸ਼ੁਰੂ ਹੋਏਗਾ। ਬਿਲਕੁਲ। ਸੋ ਸਦੋਂ ਉੱਥੇ ਜਾਣਨਾ ਵੀ ਚਾਹਾਂਗੇ ਕਿ ਐਵਿਕਸ਼ਨ ਪ੍ਰੋਸੀਡਿੰਗਸ ਦੇ ਲਈ ਕੀ ਹਾਊਸ ਕੋਰਟ ਜਿਹੜੇ ਨੇ ਉਹ ਓਪਨ ਹੋ ਚੁੱਕੇ ਨੇ ਕਿ ਨਹੀਂ? ਓਕੇ, ਸੋ ਹਾਂਜੀ, ਸੋ ਹਾਊਸਿੰਗ ਕੋਰਟਸ ਆਰ ਓਪਨ। ਤੁਸੀਂ ਜਾਂ ਤੇ ਆਪਣੀ ਪਟੀਸ਼ਨ ਈ ਫਾਈਲਿੰਗ ਕਰ ਸਕਦੇ ਹੋ, ਕੰਪਿਊਟਰ ਦੇ ਥਰੂ ਫਾਈਲ ਕਰ ਸਕਦੇ ਹੋ, ਜਾਂ ਤੁਸੀਂ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਸਬਮਿਟ ਕਰਵਾ ਸਕਦੇ ਹੋ, ਬਾਈ ਮੇਲ ਵੀ ਕਰ ਸਕਦੇ ਹੋ। ਨਾਓ
the courts are open, ਤੁਸੀਂ ਪਟੀਸ਼ਨ ਫਾਈਲ ਕਰ ਸਕਦੇ ਹੋ, ਪਰ ਤੁਹਾਨੂੰ ਕੋਰਟ ਦੇ ਵਿੱਚ ਡੇਟ ਨਹੀਂ ਦਿੱਤੀ ਜਾ ਰਹੀ। ਡੇਟ ਇਸ ਕਰਕੇ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਿਹੜਾ ਗਵਰਨਰ ਕੋਮੋ ਨੇ ਮੋਰੇਟੋਰੀਅਮ ਅਸਾਈਨ ਕੀਤਾ ਸੀ, ਅਨਾਉਂਸ ਕੀਤਾ ਸੀ, ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਜਨਵਰੀ 1 2021 ਤੱਕ। ਸੋ ਇਸ ਕਰਕੇ ਤੁਹਾਨੂੰ ਕੋਰਟਸ ਵਿੱਚ ਡੇਟਸ ਨਹੀਂ ਮਿਲਣਗੀਆਂ, ਪਰ ਤੁਸੀਂ ਪਟੀਸ਼ਨ ਫਾਈਲ ਕਰ ਸਕਦੇ ਹੋ ਤਾਂ ਕਿ ਜਦੋਂ ਵੀ ਉਹਨਾਂ ਦੀਆਂ ਡੇਟਸ ਅਵੇਲੇਬਲ ਹੋਣ ਤੇ ਤੁਸੀਂ ਤੁਹਾਨੂੰ ਡੇਟ ਮਿਲ ਜਾਏ। ਉਸ ਤੋਂ ਪਹਿਲਾਂ ਹਰਕੀਰਤ ਇੰਪੋਰਟੈਂਟ ਥਿੰਗ ਇਜ਼ ਕਿ ਤੁਸੀਂ ਰਿਟਨ ਨੋਟਿਸ ਦਿੱਤਾ ਆਪਣੇ ਟੈਨੈਂਟ ਨੂੰ ਇਵਿਕਟ ਕਰਨ ਵਾਸਤੇ, ਚਾਹੇ ਉਹਨਾਂ ਨੂੰ 30 ਦਿਨ ਦਾ ਦੇਣਾ ਸੀ, 60 ਦਾ ਦੇਣਾ ਸੀ ਜਾਂ 90 ਦਾ ਦੇਣਾ ਸੀ। ਨਾਓ ਦੈਟਸ 1 month, 2 months and 3 months, that's a long time। ਅਗਰ ਤੁਸੀਂ ਕਿਸੇ ਨੂੰ ਕਰਨਾ, you need to give them the notice first, written notice ਦੇਵੋ, ਉਸ ਤੋਂ ਬਾਅਦ ਤੁਸੀਂ ਕੋਰਟ ਦਾ ਪ੍ਰੋਸੈਸ ਸ਼ੁਰੂ ਕਰੋਗੇ। ਉਹ ਜਦੋਂ ਨੋਟਿਸ ਦੀ ਜਿਹੜੀ ਡੇਟ ਖਤਮ ਹੋ ਜਾਂਦੀ ਹੈ ਫਿਰ ਤੁਸੀਂ ਕੋਰਟ ਦੇ ਵਿੱਚ ਫਾਈਲ ਕਰੋਗੇ, ਆਪਣੀ ਪਟੀਸ਼ਨ ਫਾਈਲ ਕਰੋਗੇ, ਨੋਟਿਸ ਟੂ ਪਟੀਸ਼ਨ ਫਾਈਲ ਕਰਦੇ ਹੋ ਤੇ ਉਹ ਸਰਵ ਕਰਦੇ ਹੋ ਤੁਸੀਂ ਟੈਨੈਂਟ ਦੇ ਉੱਤੇ, ਤਾਂ ਤੁਹਾਡਾ ਪ੍ਰੋਸੈਸ ਸ਼ੁਰੂ ਹੁੰਦਾ। ਹਾਂ ਸਤਵੰਤ ਕਾਲਰ ਸੀ ਸਾਡੇ ਨਾਲ, ਉਹਨਾਂ ਨੂੰ ਵੀ ਸੁਣ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਡਮ ਨਾਲ ਗੱਲ ਕਰਨੀ ਸੀ। ਮੈਡਮ ਸੁਣ ਰਹੇ ਨੇ ਤੁਹਾਨੂੰ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਹੈ ਵੀ ਕੋਈ ਇਮੀਗ੍ਰੇਸ਼ਨ ਦਾ ਕੇਸ ਇਹ ਕੰਸਲਟ ਕਰਦੇ ਆ? ਹਾਂਜੀ, ਇਮੀਗ੍ਰੇਸ਼ਨ ਕਰਦੇ ਹਨ ਅੱਜ, ਲੇਕਿਨ ਅਸੀਂ ਲੈਂਡਲੋਰਡ ਅਤੇ ਟੈਨੈਂਟਸ ਦੀ ਗੱਲ ਕਰ ਰਹੇ ਹਾਂ। ਇਮੀਗ੍ਰੇਸ਼ਨ ਦੀ ਜਾਣਕਾਰੀ ਲਈ ਤੁਸੀਂ ਜਿਹੜਾ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਉਹਨਾਂ ਦਾ 7186750700 ਤੇ ਕਾਲ ਕਰ ਲਿਓ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਫ੍ਰੀ ਪਰਸਨਲ ਕੰਸਲਟੇਸ਼ਨ ਹੈ ਤੇ ਕਹਿ ਵੀ ਦਿਓ ਕਿ ਮੈਂ ਜਸ ਪੰਜਾਬੀ ਦੇ ਸ਼ੋਅ ਵੇਖਿਆ ਸੀ। ਟਾਈਮ ਕਿੰਨਾ? ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਹਾਂਜੀ, ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ, ਡੋਂਟ ਵਰੀ ਅਬਾਊਟ ਇਟ। ਓਕੇ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹਾਂਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਤੁਹਾਡਾ? ਹਾਂਜੀ ਭਾਜੀ, ਮੇਰੇ ਰੈਂਟ ਤੇ ਰਹਿੰਦੇ ਨੇ ਹੈਗੇ ਤੇ ਉਹ ਨਾ ਤਾਂ ਉਹਨਾਂ ਨੇ ਮੈਨੂੰ ਰੈਂਟ ਦਿੱਤਾ ਜਦੋਂ COVID-19 ਸ਼ੁਰੂ ਹੋਇਆ ਜੀ, ਤੇ ਨਾ ਉਹ ਛੱਡ ਕੇ ਜਾ ਰਹੇ ਨੇਗੇ ਜੀ। ਠੀਕ ਹੈ ਜੀ, ਤੇ ਘਬਰਾਉਣ ਦੀ ਲੋੜ ਨਹੀਂ, ਟੀਵੀ ਸਕਰੀਨ ਤੇ ਨੰਬਰ ਵੇਖ ਰਹੇ ਹੋ ਵਕੀਲ ਸਾਹਿਬ ਦਾ? ਹਾਂਜੀ, ਕੱਲ ਨੂੰ ਫੋਨ ਲਾ ਲਿਓ ਇਹਨਾਂ ਨੂੰ। ਓਕੇ ਜੀ। ਹਾਂਜੀ, ਤੇ ਫੋਨ ਲਾ ਕੇ ਜੋ ਵੀ ਤੁਹਾਡੀ ਪ੍ਰੋਬਲਮ ਇਹਨਾਂ ਨੂੰ ਦੱਸ ਦਿਓ, ਤੁਹਾਡੀ ਜ਼ਰੂਰ ਜਿਹੜੀ ਹੈ ਹੈਲਪ ਕੀਤੀ ਜਾਏਗੀ। ਚਲੋ ਠੀਕ ਹੈ ਭਾਜੀ, ਓਕੇ ਥੈਂਕ ਯੂ ਜੀ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਓਕੇ ਜੀ, ਓਕੇ ਥੈਂਕ ਯੂ। ਤੇ ਆਈ ਥਿੰਕ ਸਤਵੰਤ, ਦਿਸ ਇਜ਼ ਸਮਥਿੰਗ ਯੂ ਨੋ ਅ ਮੇਜਰ ਇਸ਼ੂ ਰਾਈਟ ਨਾਓ ਫॉर ਦੀ ਕਮਿਊਨਿਟੀ ਐਜ਼ ਵੈਲ, ਐਂਡ ਯੂ ਨੋ ਇਮੀਗ੍ਰੇਸ਼ਨ ਪ੍ਰੋਸੈਸ ਵੀ ਥੋੜਾ ਜਿਹਾ ਲੱਗਦਾ ਕਿ ਹਜੇ ਸਲੋ ਹੋਇਆ ਕਿ ਇਮੀਗ੍ਰੇਸ਼ਨ ਕੋਟਾ ਖੁੱਲ ਗਿਆ ਹਜੇ ਕਿ ਨਹੀਂ? ਹਰਕੀਰਤ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, USCIS ਤੇ ਹੀਅਰਿੰਗਸ ਵਗੈਰਾ ਕੰਡਕਟ ਕਰ ਰਹੇ ਨੇ ਔਨ ਲਿਮਿਟਡ ਬੇਸਿਸ, ਪਰ ਜਿਨ੍ਹਾਂ ਦੀਆਂ ਕੋਰਟ ਦੇ ਵਿੱਚ ਰਿਮੂਵਲ ਹੀਅਰਿੰਗਸ ਚੱਲ ਰਹੀਆਂ ਨੇ ਉਹ ਨਹੀਂ ਹੋ ਰਹੀਆਂ, ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਨਵੰਬਰ 13 2020 ਤੱਕ। ਸੋ ਮੋਸਟ ਲਾਈਕਲੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਇਹ ਪੂਰਾ ਸਾਲ ਹੀਅਰਿੰਗਸ ਨਹੀਂ ਹੋਣਗੀਆਂ। ਆਈ ਥਿੰਕ they're also afraid, right? ਅਗਰ ਕਿਸੇ ਨੂੰ ਕੋਈ ਬਿਮਾਰ ਹੋ ਜਾਏਗਾ, they might get sued or whatever, so it's very unlikely ਕਿ ਇਸ ਸਾਲ hearings ਸ਼ੁਰੂ ਹੋਣਗੀਆਂ। ਠੀਕ ਹੈ, ਮਿਹਰਬਾਨੀ ਸਤਵੰਤ, ਤੁਸੀਂ ਸਾਡੇ ਨਾਲ ਜੁੜੇ। 7186750700 ਤੇ ਕਾਲ ਕਰਕੇ ਤੁਸੀਂ ਫ੍ਰੀ ਪਰਸਨ ਕੰਸਲਟੇਸ਼ਨ ਲਈ ਅਟਰਨੀ ਸਤਵੰਤ ਕੌਰ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ। ਇਮੀਗ੍ਰੇਸ਼ਨ, ਡਿਵੋਰਸ, ਮੈਰਿਜ ਪਟੀਸ਼ਨ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, whatever is your problem, landlord tenant issues, ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ ਹੈ, ਕਿਸ ਤਰੀਕੇ ਦਾ ਵੀ ਕੋਈ ਲੀਗਲ ਮੈਟਰ ਹੈਗਾ, ਤਾਂ ਸਤਵੰਤ ਕੌਰ ਹੋਰਾਂ ਨੂੰ ਜ਼ਰੂਰ ਕਾਲ ਕਰਕੇ ਆਪਣੀ ਗੱਲ ਦੱਸੋ ਤੇ ਇਹਨਾਂ ਦੀ ਜਿਹੜੀਆਂ ਸੇਵਾਵਾਂ ਉਹ ਜ਼ਰੂਰ ਲਓ। ਮਿਲਾਂਗੇ ਨੈਕਸਟ ਵੈਨਸਡੇ ਸ਼ਾਮ ਨੂੰ 7:30 ਵਜੇ ਲਾਅ ਮੈਟਰਸ ਵਿਦ ਅਟਰਨੀ ਸਤਵੰਤ ਕੌਰ ਇਸ ਪ੍ਰੋਗਰਾਮ ਦੇ ਤਹਿਤ। ਸਤਿ ਸ਼੍ਰੀ ਅਕਾਲ, ਧੰਨਵਾਦ।